गुड मॉर्निंग स्टूडेंट्स। ਅੱਜ ਆਪਾਂ ਪਲੱਸ 2 ਕਲਾਸ ਦਾ ਜੋ ਥਰਡ ਚੈਪਟਰ ਹੈ ਥਿੰਕਿੰਗ ਆਊਟ ਆਫ ਦਾ ਬਾਕਸ ਲੇਟਰਲ ਥਿੰਕਿੰਗ ਉਸ ਦੀਆਂ ਐਕਸਰਸਾਈਜ਼ਸ ਕਰਾਂਗੇ। ਐਕਸਰਸਾਈਜ਼ਸ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਦੱਸਦਾ ਕਿ ਇਹ ਚੈਪਟਰ ਨੂੰ ਕਿਸ ਨੇ ਲਿਖਿਆ ਹੈ। ਇਸ ਚੈਪਟਰ ਨੂੰ ਲਿਖਣ ਵਾਲੇ ਹਨ ਐਡਵਰਡ ਡੀ ਬੋਨੋ। ਐਡਵਰਡ ਡੀ ਬੋਨੋ ਨੇ ਐਕਚੁਅਲੀ ਇੱਕ ਆਰਟੀਕਲ ਲਿਖਿਆ ਸੀ, ਉਸ ਦੇ ਵਿੱਚੋਂ ਦੀ ਇਹ ਚੈਪਟਰ ਲਿਆ ਗਿਆ ਹੈ। ਇਸ ਚੈਪਟਰ 'ਚ ਉਹਨਾਂ ਨੇ ਲੇਟਰਲ ਥਿੰਕਿੰਗ ਬਾਰੇ ਦੱਸਿਆ ਹੈ। ਲੇਟਰਲ ਥਿੰਕਿੰਗ ਦੇਖੋ, ਹਰ ਬੱਚੇ ਦੀ ਆਪਣੀ ਸੋਚ ਹੁੰਦੀ ਹੈ, ਹਰ ਇਨਸਾਨ ਦੀ ਆਪਣੀ ਸੋਚ ਹੁੰਦੀ ਹੈ। ਇੱਕ ਸੋਚ ਉਹ ਹੁੰਦੀ ਹੈ ਜੋ ਆਲਮੋਸਟ ਸਾਰਿਆਂ ਦੀ ਹੁੰਦੀ ਹੈ। ਮੰਨ ਲਓ ਆਪਾਂ ਜੇ 10 ਬੰਦਿਆਂ ਨੂੰ ਲਈਏ ਤਾਂ 10 ਚੋਂ 9 ਬੰਦੇ ਕਹਿੰਦੇ ਨੇ ਇਹ ਕੰਮ ਆਪਾਂ ਨੇ ਕਰਨਾ ਜੀ, ਐਵੇਂ ਕਰੀਏ, ਠੀਕ ਹੈ। ਤਾਂ ਕਈ ਵਾਰੀ ਉਹ ਕੰਮ ਉਸ ਤਰੀਕੇ ਨਾਲ ਹੋ ਵੀ ਜਾਂਦਾ ਹੈ, ਲੇਕਿਨ ਉਹਨਾਂ 10 ਦੇ ਵਿੱਚੋਂ ਕੋਈ ਇੱਕ ਇਨਸਾਨ ਐਸਾ ਹੁੰਦਾ ਹੈ ਜੋ ਕੰਮ ਕਰ ਲੈਂਦਾ, ਲੇਕਿਨ ਉਸ ਸੋਚ ਦੇ ਨਾਲ ਨਹੀਂ ਕਰਦਾ ਜਿਸ ਸੋਚ ਦੇ ਨਾਲ ਜ਼ਿਆਦਾ ਲੋਕ ਕਰਦੇ ਨੇ। ਉਹਦੀ ਸੋਚ ਕੁਛ ਵੱਖਰੀ ਹੁੰਦੀ ਹੈ, ਕੁਛ ਅਲੱਗ ਹੁੰਦੀ ਹੈ, ਤੇ ਉਸ ਸੋਚ ਦੇ ਨਾਲ ਉਹ ਕੰਮ ਕਰ ਲੈਂਦਾ। ਤਾਂ ਇਸ ਤਰ੍ਹਾਂ ਇਹ ਆਪਾਂ ਇਸ ਨੂੰ ਲੇਟਰਲ ਥਿੰਕਿੰਗ ਕਹਿ ਦਿੰਦੇ ਹਾਂ। ਇਸ ਲੇਟਰਲ ਥਿੰਕਿੰਗ ਦਾ ਕਨਸੈਪਟ ਸਮਝਾਉਣ ਦੇ ਲਈ ਐਡਵਰਡ ਡੀ ਬੋਨੋ ਨੇ 2 ਸਟੋਰੀਜ਼ ਸਾਨੂੰ ਇਸ ਚੈਪਟਰ ਦੇ ਵਿੱਚ ਦੱਸੀਆਂ ਨੇ। ਇੱਕ ਸਟੋਰੀ, ਜਿਹੜੀ ਪਹਿਲੀ ਸਟੋਰੀ ਹੈ, ਇੱਕ ਮਨੀ ਲੈਂਡਰ ਤੇ ਇੱਕ ਫਾਰਮਰ ਤੇ ਉਸ ਦੀ ਬੇਟੀ ਬਾਰੇ ਹੈ। ਤੇ ਜਿਹੜਾ ਸਾਡਾ ਦੂਸਰਾ ਜਿਹੜੀ ਸਾਡੀ ਸਟੋਰੀ ਹੈ ਉਹਦੇ ਵਿੱਚ ਇੱਕ ਥੋਮਸ ਨਾਂ ਦਾ ਇੱਕ ਜਿਹੜਾ ਹੈ ਇੱਕ ਲੜਕਾ ਹੈ, ਯੰਗ ਲੜਕਾ ਹੈ, ਤੇ ਉਹ ਮਿਲੀਅਨੇਅਰ ਹੈ, ਮਤਲਬ ਕਿ ਬਹੁਤ ਹੀ ਜ਼ਿਆਦਾ ਅਮੀਰ ਹੈ। ਮਿਲੀਅਨੇਅਰ ਨੇਮ ਥੋਮਸ ਜਿਹੜਾ ਹੈ, ਤੇ ਉਹ ਆਪਣੀ ਲੇਟਰਲ ਥਿੰਕਿੰਗ ਯੂਜ਼ ਕਰਕੇ, ਦੋਨੇ ਜਣੇ, ਥੋਮਸ ਵੀ ਤੇ ਉਹ ਲੜਕੀ ਵੀ, ਆਪਣੇ ਆਪ ਨੂੰ ਇੱਕ ਟਰਬਲ ਦੇ ਵਿੱਚੋਂ ਕੱਢਦੇ ਨੇ ਤੇ ਲੇਟਰਲ ਥਿੰਕਿੰਗ ਦਾ ਯੂਜ਼ ਕਰਦੇ ਨੇ। ਅੱਜ ਆਪਾਂ ਇਸ ਦੀਆਂ ਐਕਸਰਸਾਈਜ਼ਸ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਸ ਚੈਪਟਰ ਨੂੰ ਐਡਵਰਡ ਡੀ ਬੋਨੋ ਨੇ ਲਿਖਿਆ। ਬਿਲਕੁਲ ਇੱਥੇ ਜਾ ਕੇ ਇਹਨਾਂ ਦਾ ਨਾਮ ਆਉਂਦਾ ਹੈ। ਤੇ ਇਹ ਜਿਹੜਾ ਚੈਪਟਰ ਹੈ ਉਹਨਾਂ ਦਾ ਇੱਕ ਆਰਟੀਕਲ ਪਬਲਿਸ਼ ਹੋਇਆ ਸੀਗਾ। ਇਹ www.lifepositive.com ਦੇ ਉੱਪਰ ਤੁਹਾਨੂੰ ਇਹ ਆਰਟੀਕਲ ਮਿਲ ਜਾਏਗਾ। ਉਸ ਆਰਟੀਕਲ ਦੇ ਵਿੱਚੋਂ ਇਹ ਚੈਪਟਰ ਲਿਆ ਗਿਆ ਹੈ। ਤਾਂ ਇਸ ਚੈਪਟਰ ਦੀ ਜੋ ਵੋਕੈਬਲਰੀ ਪ੍ਰੈਕਟਿਸ ਦੇ ਵਿੱਚ ਬੇਟਾ 2 ਤਰ੍ਹਾਂ ਦੀਆਂ ਐਕਸਰਸਾਈਜ਼ਸ ਨੇ। ਆਪਾਂ ਪਹਿਲੀ ਐਕਸਰਸਾਈਜ਼ ਕਰਨ ਜਾ ਰਹੇ ਹਾਂ। ਤਾਂ ਇਹ ਐਕਸਰਸਾਈਜ਼ ਦੇ ਵਿੱਚ ਤੁਹਾਨੂੰ 9 ਵਾਕ 9 ਸੈਂਟੈਂਸਿਸ ਦਿੱਤੇ ਹੋਏ ਨੇ। ਉਹਨਾਂ ਦੇ ਵਿੱਚ ਖਾਲੀ ਥਾਵਾਂ ਨੇ। ਉਸ ਖਾਲੀ ਥਾਂ ਦੇ ਵਿੱਚ ਆਪਾਂ ਕੋਈ ਵਰਡ ਭਰਨਾ ਹੈ। ਉਹ ਵਰਡ ਕਿਹੜਾ ਹੈ? ਜਾਂ ਤਾਂ ਆਪਾਂ ਬੋਰੋ ਪੜਾਂਗੇ ਜਾਂ ਆਪਾਂ ਲੈਂਡ ਭਰਾਂਗੇ। ਬੋਰੋ ਤੇ ਲੈਂਡ ਦਾ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ, ਕਿਉਂਕਿ ਦੋਨੇ ਹੀ ਸ਼ਬਦ ਲੈਣ ਦੇਣ ਦੇ ਨਾਲ ਸੰਬੰਧਿਤ ਨੇ। ਸਪੋਜ਼ ਕਰੋ ਆਪਾਂ ਕੋਈ ਚੀਜ਼ ਕਿਸੇ ਤੋਂ ਉਧਾਰ ਮੰਗੀਏ, ਉਧਾਰ ਲਈਏ, ਠੀਕ ਹੈ। ਤਾਂ ਆਪਾਂ ਉੱਥੇ ਕਿਹੜਾ ਸ਼ਬਦ ਯੂਜ਼ ਕਰਨਾ ਹੈ, ਜਾਂ ਜਦੋਂ ਆਪਾਂ ਕਿਸੇ ਨੂੰ ਉਧਾਰ ਦਈਏ ਉਦੋਂ ਆਪਾਂ ਕਿਹੜਾ ਸ਼ਬਦ ਯੂਜ਼ ਕਰਨਾ ਹੈ, ਇਹ ਥੋੜ੍ਹਾ ਜਿਹਾ ਭੁਲੇਖਾ ਪੈਂਦਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਬੋਰੋ ਨੂੰ ਸਮਝਦੇ ਹਾਂ ਕਿ ਬੋਰੋ ਅਸੀਂ ਕਦੋਂ ਯੂਜ਼ ਕਰਦੇ ਹਾਂ। ਬੋਰੋ ਦਾ ਮਤਲਬ ਦੇਖੋ, ਪਹਿਲੇ 2 ਅੱਖਰਾਂ ਤੋਂ ਹੀ ਕਲੀਅਰ ਹੁੰਦਾ ਹੈ, ਟੂ ਟੇਕ। ਬਾਕੀ ਗੱਲਾਂ ਬਾਅਦ 'ਚ। ਕੋਈ ਚੀਜ਼ ਲੈਣ ਦੇ ਲਈ, ਕੋਈ ਚੀਜ਼ ਮੈਂ ਇੱਥੇ ਲਿਖ ਵੀ ਦਿੰਦਾ, ਕੋਈ ਚੀਜ਼ ਲੈਣ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਬੋਰੋ। ਬੋਰੋ ਯੂਜ਼ ਕਰਦੇ ਹਾਂ। ਅੱਗੇ ਆਪਾਂ ਹੁਣ ਪੜ੍ਹਦੇ ਹਾਂ, to take and use something that belongs to somebody else and return it a later time। ਮਤਲਬ ਆਪਾਂ ਕੋਈ ਚੀਜ਼ ਕਿਸੇ ਤੋਂ ਲੈ ਲਈਏ, ਉਸ ਤੋਂ ਬਾਅਦ ਉਹਨੂੰ ਯੂਜ਼ ਕਰ ਲਈਏ, ਤੇ ਆਪ ਕੁਝ ਯੂਜ਼ ਕਰਨ ਤੋਂ ਬਾਅਦ ਆਪਾਂ ਉਸਨੂੰ ਵਾਪਸ ਕਰ ਦਈਏ, ਤਾਂ ਉਦੋਂ ਆਪਾਂ ਕਿਹੜਾ ਵਰਡ ਯੂਜ਼ ਕਰਨਾ ਹੈ? ਬੋਰੋ। ਲੈਂਡ ਦਾ ਮਤਲਬ ਕੋਈ ਚੀਜ਼ ਦੇਣਾ। ਪਹਿਲੇ 2 ਅੱਖਰਾਂ ਤੋਂ ਹੀ ਕਲੀਅਰ ਹੋ ਜਾਂਦਾ ਹੈ, ਟੂ ਗਿਵ। ਉਸ ਤੋਂ ਬਾਅਦ ਦੇਖੋ, ਸਮਥਿੰਗ ਦੈਟ ਬਿਲੋਂਗਸ ਟੂ ਯੂ ਟੂ ਸਮਵਨ ਐਂਡ ਵਿਚ ਦਾ ਪਰਸਨ ਹੈਜ਼ ਟੂ ਰਿਟਰਨ ਟੂ ਯੂ ਲੇਟਰ। ਵੀ ਕੋਈ ਅਜਿਹੀ ਚੀਜ਼ ਜੋ ਤੁਹਾਡੀ ਹੈ ਤੇ ਤੁਸੀਂ ਉਹ ਕਿਸੇ ਹੋਰ ਬੰਦੇ ਨੂੰ ਦਿੰਦੇ ਹੋ ਤਾਂ ਕਿ ਉਹ ਯੂਜ਼ ਕਰ ਲਵੇ ਤੇ ਉਸ ਤੋਂ ਬਾਅਦ ਤੁਹਾਨੂੰ ਵਾਪਸ ਕਰ ਦੇਵੇ। ਤਾਂ ਇਹ 2 ਵਰਡਸ ਨੇ, ਬੋਰੋ ਤੇ ਲੈਂਡ। ਬੋਰੋ ਦਾ ਮਤਲਬ ਕੋਈ ਚੀਜ਼ ਕਿਸੇ ਤੋਂ ਲੈਣਾ, ਲੈਂਡ ਦਾ ਮਤਲਬ ਕੋਈ ਚੀਜ਼ ਕਿਸੇ ਨੂੰ ਦੇਣਾ। ਇਹਨਾਂ ਦੋਨਾਂ ਵਰਡਸ ਨੂੰ ਸਮਝ ਕੇ ਅਸੀਂ ਇਹ ਜਿਹੜੇ 9 ਸੈਂਟੈਂਸਿਸ ਨੇ ਇਹਨਾਂ ਨੂੰ ਭਰ ਸਕਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਅਸੀਂ ਬੇਟਾ ਪਹਿਲਾ ਸੈਂਟੈਂਸ ਚੱਕਦੇ ਹਾਂ, ਕੁਡ ਯੂ ਡੈਸ਼ ਮੀ ਸਮ ਮਨੀ ਪਲੀਜ਼। ਹੁਣ ਦੇਖੋ, ਤੁਸੀਂ ਇਸ ਦੀ ਥੋੜ੍ਹੀ ਜਿਹੀ ਪੰਜਾਬੀ ਕਰਕੇ ਦੇਖੋ ਇੱਥੇ ਕੀ ਹੋ ਰਿਹਾ ਹੈ। ਉਹ ਕਹਿੰਦੇ ਕਿ ਕੀ ਤੁਸੀਂ ਮੈਨੂੰ ਕੁਝ ਪੈਸਾ ਦੇ ਸਕਦੇ ਹੋ? ਦੇਣ ਦੀ ਗੱਲ ਹੋ ਰਹੀ ਹੈ, ਤਾਂ ਆਪਾਂ ਕੀ ਲਵਾਂਗੇ? ਦੇਣਾ, ਲੈਂਡ। ਤਾਂ ਇੱਥੇ ਆਪਾਂ ਲੈਂਡ ਯੂਜ਼ ਕਰਾਂਗੇ। ਇਹ ਵਰਬ ਹੈ ਜੀ, ਲੈਂਡ, ਲੈਂਟ, ਲੈਂਟ, ਠੀਕ ਹੈ। ਇਹ ਵਰਬ ਦੀਆਂ ਫਾਰਮਸ ਨੇ। ਲੈਂਡ ਇੱਕ ਵਰਬ ਹੁੰਦੀ ਹੈ, ਬੋਰੋ ਵੀ ਵਰਬ ਹੁੰਦੀ ਹੈ, ਬੋਰੋ, ਬੋਰੋਡ, ਬੋਰੋਡ। ਦੂਸਰਾ, ਸਮ ਪੀਪਲਸ ਕੈਨ ਡੈਸ਼ ਬੁੱਕਸ ਫਰੋਮ ਦੇਅਰ ਸਕੂਲ। ਪੀਪਲਸ ਦਾ ਮਤਲਬ ਹੁੰਦਾ ਜੀ ਵਿਦਿਆਰਥੀ। ਕੁਝ ਵਿਦਿਆਰਥੀ ਆਪਣੇ ਸਕੂਲਾਂ ਤੋਂ ਕਿਤਾਬਾਂ ਲੈ ਸਕਦੇ ਹਨ। ਹੁਣ ਇੱਥੇ ਲੈਂਡ ਦੀ ਗੱਲ ਹੋ ਰਹੀ ਹੈ, ਤੇ ਲੈਂਡ ਦਾ ਕੀ ਆਪਾਂ ਯੂਜ਼ ਕਰਾਂਗੇ ਜੀ? ਬੋਰੋ। ਸਿੰਪਲ। ਕਨਫਿਊਜ਼ ਹੋਣ ਵਾਲੀ ਕੋਈ ਬੇਟਾ ਗੱਲ ਹੀ ਨਹੀਂ ਇਹਦੇ 'ਚ।
ਜੇ ਆਪਾਂ ਇਹਨੂੰ ਤਰੀਕੇ ਨਾਲ ਕਰੀਏ ਤਾਂ ਆਪਾਂ ਈਜ਼ੀਲੀ ਆਪਾਂ ਸਾਰੇ ਕਰ ਸਕਦੇ ਹਾਂ। ਤੀਸਰਾ ਹੈ ਜੀ, ਵਿਲ ਯੂ ਡੈਸ਼ ਮੀ ਯੋਰ ਅੰਬ੍ਰੇਲਾ ਟਿਲ ਟੁਮਾਰੋ, ਕੀ ਤੁਸੀਂ ਮੈਨੂੰ ਆਪਣੀ ਅੰਬ੍ਰੇਲਾ ਕੱਲ ਤੱਕ ਉਧਾਰ ਦੇਵੋਗੇ। ਦੇਵੋਗੇ, ਦੇਣ ਦੀ ਗੱਲ ਹੋ ਰਹੀ ਹੈ, ਠੀਕ ਹੈ, ਲੈਂਡ ਆਏਗਾ ਜੀ। ਵਿਲ ਯੂ ਲੈਂਡ ਮੀ ਯੋਰ ਅੰਬ੍ਰੇਲਾ, ਹੈ ਨਾ, ਕੀ ਤੁਸੀਂ ਮੈਨੂੰ ਆਪਣੀ ਅੰਬ੍ਰੇਲਾ ਦਓਗੇ ਕੱਲ ਤੱਕ, ਤਾਂ ਦੇਣ ਦੀ ਗੱਲ ਆ ਗਈ, ਲੈਂਡ ਆ ਗਿਆ। ਯੂ ਮੇ ਡੈਸ਼ ਮਾਈ ਬਾਈਕ ਬਟ ਬੀ ਕੇਅਰਫੁਲ, ਤੁਸੀਂ ਮੇਰਾ ਬਾਈਕ ਲੈ ਸਕਦੇ ਹੋ ਪਰ ਕੇਅਰਫੁਲ ਰਹੋ, ਧਿਆਨ ਨਾਲ ਬਾਈਕ ਚਲਾਈਓ। ਯੂ ਮੇ ਤਾਂ ਕੀ ਆਏਗਾ, ਲੈਂਡ ਦੀ ਗੱਲ, ਯੂ ਮੇ ਬੋਰੋ ਮਾਈ ਬਾਈਕ, ਇੱਥੇ ਬੋਰੋ ਆਏਗਾ ਜੀ, ਕਿਉਂਕਿ ਲੈਂਡ ਦੀ ਗੱਲ ਆ ਗਈ, ਤੁਸੀਂ ਮੇਰਾ ਬਾਈਕ ਲੈ ਸਕਦੇ ਹੋ, ਲੈਂਡ ਦੀ ਗੱਲ ਆ ਗਈ। ਕੁਡ ਆਈ ਡੈਸ਼ ਯੂਅਰ ਫੁੱਟਬਾਲ, ਕੀ ਮੈਂ ਤੁਹਾਡੀ ਫੁੱਟਬਾਲ ਲੈ ਸਕਦਾ ਹਾਂ। ਕੁਡ ਆਈ ਡੈਸ਼ ਯੂਅਰ ਫੁੱਟਬਾਲ, ਕੀ ਮੈਂ ਤੁਹਾਡੀ ਫੁੱਟਬਾਲ ਲੈ ਸਕਦਾ ਹਾਂ, ਲੈਂਡ ਦੀ ਗੱਲ ਆ ਗਈ, ਫਿਰ ਬੋਰੋ ਆ ਗਿਆ। ਓਕੇ, ਯੂ ਕੈਨ ਡੈਸ਼ ਯੂਅਰ ਸੂਟਕੇਸ ਟੂ ਸੀਤਾ, ਤੁਸੀਂ ਸੀਤਾ ਨੂੰ ਆਪਣਾ ਅਟੈਚੀ, ਆਪਣਾ ਸੂਟਕੇਸ, ਆਪਣਾ ਬੈਗ ਦੇ ਸਕਦੇ ਹੋ, ਦੇਣ ਦੀ ਗੱਲ ਆ ਗਈ, ਕੀ ਆਊਗਾ ਜੀ, ਲੈਂਡ। ਵਾਈ ਡੂ ਸਮ ਸਟੂਡੈਂਟਸ ਡੈਸ਼ ਸੋ ਮਚ ਮਨੀ ਫਰੋਮ देयर फ्रेंड्स, ਕਿਉਂ ਕੁਝ ਵਿਦਿਆਰਥੀ ਆਪਣੇ ਫਰੈਂਡਸ ਤੋਂ ਇੰਨਾ ਸਾਰਾ ਪੈਸਾ ਉਧਾਰ ਲੈਂਦੇ ਹਨ, ਲੈਂਦੇ ਹਨ, ਲੈਣ ਦੀ ਗੱਲ ਆ ਗਈ ਤਾਂ ਬੋਰੋ ਆ ਗਿਆ। ਮੋਹਨ ਵਿਲ ਨਾਟ ਡੈਸ਼ ਹਿਜ਼ ਕਾਰ ਟੂ ਐਨੀਵਨ, ਮੋਹਨ ਵੋਂਟ ਡੈਸ਼ ਹਿਜ਼ ਕਾਰ ਟੂ ਐਨੀਵਨ, ਮੋਹਨ ਆਪਣੀ ਕਾਰ ਕਿਸੇ ਨੂੰ ਨਹੀਂ ਦੇਵੇਗਾ, ਦੇਵੇਗਾ, ਦੇਣਾ, ਲੈਂਡ ਆ ਗਿਆ ਜੀ। ਵਿਲ ਯੂਅਰ ਅੰਕਲ ਡੈਸ਼ ਯੂ ਸਮ ਮਨੀ, ਕੀ ਤੁਹਾਡੇ ਅੰਕਲ ਤੁਹਾਨੂੰ ਕੁਝ ਪੈਸਾ ਦੇ ਦੇਣਗੇ, ਦੇ ਦੇਣਗੇ, ਲੈਂਡ ਆ ਗਿਆ ਜੀ। ਤਾਂ ਬੇਟਾ ਜੇ ਆਪਾਂ ਇਹਨੂੰ ਤਰੀਕੇ ਨਾਲ ਕਰੀਏ, ਥੋੜਾ ਜਿਹਾ ਸਮਝ ਕੇ ਕਰੀਏ, ਤਾਂ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਤਾ ਕਿ ਬੋਰੋ ਦਾ ਮਤਲਬ ਕੋਈ ਚੀਜ਼ ਲੈਣਾ, ਲੈਂਡ ਕੋਈ ਚੀਜ਼ ਦੇਣਾ, ਲੈਣ ਦੇਣ ਦਾ ਹਿਸਾਬ ਹੈ ਦੋਨਾਂ 'ਚ, ਤਾਂ ਕਨਫਿਊਜ਼ਨ ਹੋਣ ਦੀ ਕੋਈ ਜ਼ਰੂਰਤ ਨਹੀਂ। ਪਰ ਫਿਰ ਵੀ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਤੇ। ਇਹ ਐਕਸਰਸਾਈਜ਼ ਨੂੰ ਤੁਸੀਂ ਬਹੁਤ ਹੀ ਵਧੀਆ ਹੈਂਡਰਾਈਟਿੰਗ ਦੇ ਵਿੱਚ ਆਪਣੀਆਂ ਫੈਰ ਨੋਟਬੁੱਕਸ ਤੇ ਕਰ ਲੈਣੀਆਂ ਤੇ ਮੈਨੂੰ ਉਹਦੀਆਂ ਪਿਕਸ ਜ਼ਰੂਰ ਭੇਜਣੀਆਂ। ਹਾਂਜੀ ਸਟੂਡੈਂਟਸ, ਅਸੀਂ ਹੁਣ ਆਪਣੀ ਜੋ ਸਾਡਾ ਚੈਪਟਰ ਹੈ ਲੇਟਰਲ ਥਿੰਕਿੰਗ, ਉਸ ਦੀ ਵੋਕੈਬਲਰੀ ਪ੍ਰੈਕਟਿਸ ਦੀ ਸੈਕਿੰਡ ਐਕਸਰਸਾਈਜ਼ ਕਰਨ ਜਾ ਰਹੇ ਹਾਂ। ਇਹ ਜਿਹੜੀ ਸੈਕਿੰਡ ਐਕਸਰਸਾਈਜ਼ ਹੈ, ਇਹਦੇ ਵਿੱਚ ਵੀ ਕੁਝ ਤੁਹਾਨੂੰ ਦਿਖ ਰਹੇ ਹੋਣਗੇ ਕਿ ਖਾਲੀ ਥਾਵਾਂ ਨੇ, ਤੇ ਖਾਲੀ ਥਾਵਾਂ ਦੇ ਨਾਲ ਇੱਕ ਬ੍ਰੈਕਟ 'ਚ ਕੁਝ ਵਰਡਸ ਵੀ ਦਿੱਤੇ ਹੋਏ ਨੇ ਇਸ ਤਰ੍ਹਾਂ, ਤੇ ਆਪਾਂ ਨੇ ਉਸ ਵਰਡਸ ਦੇ ਹਿਸਾਬ ਨਾਲ ਇਹ ਖਾਲੀ ਥਾਂ ਭਰਨੀ ਹੈ। ਪਰ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਕਿ ਕਰਨਾ ਕੀ ਹੈ। ਕਹਿੰਦੇ ਫਿਲ ਇਨ ਦਾ ਬਲੈਂਕਸ ਵਿਦ ਦੀ ਐਡਜੈਕਟਿਵਸ ਔਰ ਦੀ ਐਡਵਰਬਸ ਫਾਰਮਸ ਆਫ ਦਾ words given in the brackets, ਮਤਲਬ ਇਹ ਹੋਇਆ ਕਿ ਜਿਹੜੇ ਸਾਨੂੰ ਬ੍ਰੈਕਟਸ ਦੇ ਵਿੱਚ ਵਰਡਸ ਦਿੱਤੇ ਆ, ਜਿਵੇਂ ਕੁਇਕ ਹੈ, ਕੇਅਰਫੁਲ ਹੈ, ਪ੍ਰੀਟੀ ਹੈ, ਟੈਰੀਬਲ, ਈਜ਼ੀ, ਟ੍ਰੈਡੀਸ਼ਨ ਜਾਂ ਇਮੀਡੀਏਟ, ਤਾਂ ਇਹਨਾਂ ਵਰਡਸ ਤੋਂ ਅਸੀਂ ਆਪਣੀ ਜਿਹੜੀ ਖਾਲੀ ਥਾਵਾਂ ਭਰਨੀਆਂ ਨੇ, ਉਹ ਖਾਲੀ ਥਾਵਾਂ ਉਹਨਾਂ ਤੋਂ ਮਤਲਬ ਜਾਂ ਤਾਂ ਉਹਨਾਂ ਦੇ ਐਡਜੈਕਟਿਵ ਬਣਾਉਣੇ ਨੇ ਜਾਂ ਐਡਵਰਬਸ ਬਣਾ ਕੇ ਭਰਨੀਆਂ ਨੇ। ਤਾਂ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਕਿਹੜੀ ਖਾਲੀ ਥਾਂ ਦੇ ਵਿੱਚ ਅਸੀਂ ਉਸ ਵਰਡ ਦਾ ਐਡਜੈਕਟਿਵ ਫਾਰਮ ਭਰੀਏ ਜਾਂ ਐਡਵਰਬ ਫਾਰਮ ਭਰੀਏ। ਤੁਹਾਨੂੰ ਪਤਾ ਹੈ ਐਡਜੈਕਟਿਵ ਵਿਸ਼ੇਸ਼ਣ ਹੁੰਦੇ ਨੇ ਜੀ, ਅਸੀਂ ਬਹੁਤ ਪੜ੍ਹੇ ਨੇ ਆਪਣੇ 9th 10th ਦੇ ਵਿੱਚ। ਵਿਸ਼ੇਸ਼ਣ ਐਡਜੈਕਟਿਵ ਕਹਿਣ ਦਾ ਮਤਲਬ ਜੋ ਨਾਉਨ ਪ੍ਰਨਾਉਨ ਦੇ ਅੱਗੇ ਪਿੱਛੇ ਆ ਕੇ ਉਹਨਾਂ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਨੇ, ਉਹਨਾਂ ਨੂੰ ਅਸੀਂ ਐਡਜੈਕਟਿਵ ਕਹਿੰਦੇ ਹਾਂ। ਐਡਵਰਬ ਕਿਰਿਆ ਵਿਸ਼ੇਸ਼ਣ ਹੁੰਦੇ ਨੇ ਜੀ, ਇਹ ਬਿਲਕੁਲ ਵਿਸ਼ੇਸ਼ਣ ਦੀ ਤਰ੍ਹਾਂ ਹੀ ਕੰਮ ਕਰਦੇ ਨੇ, ਬਟ ਇਹ ਬਸ ਨਾਉਨ ਦੇ ਨਾਲ ਨਹੀਂ ਆਉਂਦੇ, ਕਿਰਿਆਵਾਂ ਦੇ ਨਾਲ ਆਉਂਦੇ ਨੇ। ਉਹ ਮਤਲਬ ਉਹਨਾਂ ਦੀ ਵਿਸ਼ੇਸ਼ਤਾ ਤੇ ਕਿਰਿਆਵਾਂ ਦੀ ਵਿਸ਼ੇਸ਼ਤਾ ਦੱਸਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਪੜ੍ਹੀਆਂ ਹੋਈਆਂ। ਚਲੋ ਆਪਾਂ ਇਹਦੀ ਸੈਂਟੈਂਸਿਸ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ, ਹੀ ਫਿਨਿਸ਼ ਦਾ ਬੁੱਕ ਡੈਸ਼। ਜੀ ਬੇਟਾ ਤੁਸੀਂ ਦੇਖੋ ਬੜਾ ਸਿੰਪਲ ਹੈ, ਕਹਿੰਦੇ ਉਸਨੇ ਬੁੱਕ ਖਤਮ ਕਰ ਲਈ, ਤੇਜ਼ੀ ਨਾਲ ਖਤਮ ਕਰ ਲਈ, ਤਾਂ ਦੈਟ ਮੀਨਸ ਕਿ ਤੇਜ਼ੀ ਨਾਲ ਤਾਂ ਇੱਥੇ ਐਡਵਰਬ ਆਏਗੀ, ਬਿਕੋਜ਼ ਉਸਨੇ ਖਤਮ ਕੀਤੀ ਹੈ ਬੁੱਕ, ਤੇਜ਼ੀ ਨਾਲ ਖਤਮ ਕੀਤੀ ਹੈ, ਤਾਂ ਅਸੀਂ ਇੱਥੇ ਐਡਵਰਬ ਲਗਾਵਾਂਗੇ, ਬਿਕੋਜ਼ ਅਸੀਂ ਫਿਨਿਸ਼ ਜਿਹੜਾ ਵਰਡ ਹੈ, ਜੋ ਸਾਡੀ ਵਰਬ ਹੈ, ਉਸ ਨੂੰ ਅਸੀਂ ਮੋਡੀਫਾਈ ਕਰਾਂਗੇ, ਉਸ ਦੀ ਅਸੀਂ ਵਿਸ਼ੇਸ਼ਤਾ ਦੱਸਾਂਗੇ, ਉਹਨੇ ਤੇਜ਼ੀ ਨਾਲ ਖਤਮ ਕਰ ਲਈ। ਤਾਂ ਹੁਣ ਕੁਇਕ ਜਿਹੜਾ ਹੈ ਇਹ ਐਡਵਰਬ ਹੈ, ਅਸੀਂ ਇਸ ਨੂੰ ਐਜ਼ ਇਟ ਇਜ਼ ਨਹੀਂ ਲਾ ਸਕਦੇ, ਬਿਕੋਜ਼ ਸਾਨੂੰ ਕੁਇਕ ਐਡਜੈਕਟਿਵ ਹੈ, ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਲਾ ਸਕਦੇ, ਸਾਨੂੰ ਐਡਵਰਬ ਯੂਜ਼ ਕਰਨੀ ਪਏਗੀ, ਕਿਰਿਆ ਵਿਸ਼ੇਸ਼ਣ ਯੂਜ਼ ਕਰਨਾ ਨਾ ਸਾਨੇ, ਤਾਂ ਅਸੀਂ ਇੱਥੇ ਕੁਇਕਲੀ ਲਾਵਾਂਗੇ, ਕਿਉਂਕਿ ਕੁਇਕ ਦਾ ਜਿਹੜਾ ਐਡਵਰਬ ਹੈ ਉਹ ਕੁਇਕਲੀ ਹੈ, ਤਾਂ ਅਸੀਂ ਕੁਇਕਲੀ ਪਾਤਾ। ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਸੈਕਿੰਡ ਵਰਡ ਹੈ ਜੀ, ਸੈਕਿੰਡ ਸੈਂਟੈਂਸ ਹੈ, ਸੈਮ ਇਜ਼ ਅ ਡੈਸ਼ ਡਰਾਈਵਰ। ਸੈਮ ਇੱਕ ਡੈਸ਼ ਡਰਾਈਵਰ ਹੈ, ਠੀਕ ਹੈ। ਕੇਅਰਫੁਲ ਦਾ ਮਤਲਬ ਹੁੰਦਾ ਬੜਾ ਧਿਆਨ ਨਾਲ ਚਲਾਵੇ ਜੋ ਗੱਡੀ ਵਗੈਰਾ, ਬਹੁਤ ਹੀ ਸੰਜੀਦਗੀ ਤੌਰ ਨਾਲ
ਸੰਜੀਦਾ ਹੋ ਕੇ ਚਲਾਵੇ, ਕੇਅਰਫੁਲ। ਤਾਂ ਬੇਟਾ ਇੱਥੇ ਹੁਣ ਡਰਾਈਵਰ ਦੀ ਸਾਨੂੰ ਵਿਸ਼ੇਸ਼ਤਾ ਦੱਸਣੀ ਹੈ। ਦੇਖੋ ਡਰਾਈਵਰ ਨਾਊਨ ਹੈ, ਨਾਊਨ ਦੇ ਤੁਹਾਨੂੰ ਮੈਂ ਦੱਸਿਆ ਜਦੋਂ ਅੱਗੇ ਪਿੱਛੇ ਵਰਡਸ ਆਉਂਦੇ ਨੇ ਉਹ ਐਡਜੈਕਟਿਵਸ ਹੁੰਦੇ ਨੇ। ਤਾਂ ਨੈਚੁਰਲੀ ਅਸੀਂ ਇੱਥੇ ਹੁਣ ਐਡਵਰਬ ਨਹੀਂ ਲਾਵਾਂਗੇ, ਬਿਕੋਜ਼ ਡਰਾਈਵਰ ਦੀ ਵਿਸ਼ੇਸ਼ਤਾ ਦੱਸਣੀ ਹੈ ਕਿ ਸੈਮ ਇਜ਼ ਅ ਡੈਸ਼ ਡਰਾਈਵਰ। ਤਾਂ ਅਸੀਂ ਇੱਥੇ ਐਡਜੈਕਟਿਵ ਹੀ ਲਾਵਾਂਗੇ। ਐਡਜੈਕਟਿਵ ਇੱਥੇ ਕੇਅਰਫੁਲ ਆਲਰੇਡੀ ਐਡਜੈਕਟਿਵ ਹੈ, ਤਾਂ ਅਸੀਂ ਇਹਨੂੰ ਐਂ ਚੱਕ ਕੇ ਐਂ ਲਾ ਦੇਣਾ, ਤਾਂ ਇਹਦੇ 'ਚ ਕੁਝ ਕਰਨਾ ਹੀ ਨਹੀਂ ਹੈ। ਕੇਅਰਫੁਲ, ਸੈਮ ਇਜ਼ ਅ ਕੇਅਰਫੁਲ ਡਰਾਈਵਰ। ਤਾਂ ਇੱਥੇ ਅਸੀਂ ਐਡਜੈਕਟਿਵ ਯੂਜ਼ ਕਰਿਆ। ਉੱਪਰ ਅਸੀਂ ਦੇਖੋ ਐਡਵਰਬ ਯੂਜ਼ ਕੀਤੀ, ਨੀਚੇ ਐਡਜੈਕਟਿਵ ਯੂਜ਼ ਕਰਿਆ। ਹੁਣ ਤੀਸਰਾ ਦੇਖੋ, ਹੀ ਡਰਾਈਵਸ ਦਾ ਕਾਰ ਡੈਸ਼। ਹੁਣ ਇੱਥੇ ਫੇਰ ਸਾਨੂੰ ਕੇਅਰਫੁਲ ਦਿੱਤਾ ਹੋਇਆ ਹੈ, ਲੇਕਿਨ ਬੇਟਾ ਆਪਾਂ ਜੇ ਹੁਣ ਧਿਆਨ ਨਾਲ ਸਮਝੀਏ, ਹੀ ਡਰਾਈਵਸ ਦਾ ਕਾਰ, ਉਹ ਕਾਰ ਚਲਾਉਂਦਾ ਹੈ ਧਿਆਨ ਪੂਰਵਕ, ਧਿਆਨ ਨਾਲ। ਹੁਣ ਇੱਥੇ ਕਾਰ ਦੀ ਵਿਸ਼ੇਸ਼ਤਾ ਨਹੀਂ ਦੱਸੀ ਜਾ ਰਹੀ, ਇੱਥੇ ਉਸਦੇ ਚਲਾਉਣ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਕਿ ਜਦੋਂ ਗੱਡੀ ਚਲਾਉਂਦਾ ਹੈ, ਗੱਡੀ ਨੂੰ ਜਦੋਂ ਉਹ ਚਲਾਉਂਦਾ, ਉਸ ਨੂੰ ਡਰਾਈਵ ਕਰਦਾ ਤਾਂ ਬੜੇ ਧਿਆਨ ਨਾਲ ਚਲਾਉਂਦਾ, ਰੈਸ਼ ਡਰਾਈਵ ਨਹੀਂ ਕਰਦਾ, ਕੇਅਰਫੁਲੀ ਡਰਾਈਵ ਕਰਦਾ। ਤਾਂ ਅਸੀਂ ਇੱਥੇ ਡਰਾਈਵ ਨੂੰ ਮੋਡੀਫਾਈ ਕਰਾਂਗੇ, ਅਸੀਂ ਇੱਥੇ ਕਿਰਿਆ ਵਿਸ਼ੇਸ਼ਣ ਲਾਵਾਂਗੇ, ਬਿਕੋਜ਼ ਕਿਰਿਆ ਕੰਮ ਕੀ ਹੋ ਰਿਹਾ, ਡਰਾਈਵ, ਡਰਾਈਵ ਕੰਮ ਹੋ ਰਿਹਾ ਨਾ। ਤਾਂ ਅਸੀਂ ਇਹ ਸਾਡੀ ਵਰਬ ਹੋ ਗਈ, ਤਾਂ ਸਾਨੂੰ ਇੱਥੇ ਹੁਣ ਮਤਲਬ ਐਡਵਰਬ ਲਗਾਉਣੀ ਪਏਗੀ। ਤਾਂ ਕੇਅਰਫੁਲੀ, ਹੁਣ ਅਸੀਂ ਇੱਥੇ ਕੇਅਰਫੁਲੀ ਡਬਲ ਐਲ ਪਾ ਕੇ ਵਾਈ ਪਾ ਦਾਂਗੇ ਕੇਅਰਫੁਲ ਦੇ ਨਾਲ, ਠੀਕ ਹੈ ਜੀ। ਤਾਂ ਦੇਖੋ ਉੱਪਰ ਵੀ ਕੇਅਰਫੁਲ ਸੀ, ਨੀਚੇ ਵੀ ਕੇਅਰਫੁਲ ਸੀ, ਲੇਕਿਨ ਉੱਪਰ ਅਸੀਂ ਉਸਦਾ ਐਡਜੈਕਟਿਵ ਫਾਰਮ ਯੂਜ਼ ਕੀਤੀ, ਨੀਚੇ ਅਸੀਂ ਉਸਦੀ ਐਡਵਰਬ ਫਾਰਮ ਯੂਜ਼ ਕੀਤੀ। ਡੀ ਹੈ ਜੀ, ਰੀਮਾ ਇਜ਼ ਅ ਡੈਸ਼ ਗਰਲ। ਰੀਮਾ ਇੱਕ ਡੈਸ਼ ਗਰਲ ਹੈ, ਪ੍ਰੀਟੀ, ਪ੍ਰੀਟੀ ਦਾ ਮਤਲਬ ਖੂਬਸੂਰਤ। ਤਾਂ ਬੇਟਾ ਗਰਲ ਦੀ ਵਿਸ਼ੇਸ਼ਤਾ ਦੱਸਣੀ ਹੈ, ਗਰਲ ਸਾਨੂੰ ਪਤਾ ਹੈ ਨਾਊਨ ਹੁੰਦਾ ਹੈ, ਤੇ ਨਾਊਨ ਦੇ ਅੱਗੇ ਤਾਂ ਐਡਜੈਕਟਿਵ ਹੀ ਆਏਗਾ। ਇਸ ਕਰਕੇ ਅਸੀਂ ਪ੍ਰੀਟੀ ਆਲਰੇਡੀ ਐਡਜੈਕਟਿਵ ਹੈ, ਤਾਂ ਅਸੀਂ ਇੱਥੇ ਪ੍ਰੀਟੀ ਹੀ ਲਾ ਦਾਂਗੇ, ਬਿਕੋਜ਼ ਇੱਥੇ ਨਾਊਨ ਦੀ ਵਿਸ਼ੇਸ਼ਤਾ ਦੱਸਣੀ ਹੈ, ਗਰਲ ਦੀ ਵਿਸ਼ੇਸ਼ਤਾ ਦੱਸਣੀ ਹੈ, ਤਾਂ ਸਾਡੀ ਪ੍ਰੀਟੀ ਆ ਗਈ ਇੱਥੇ, ਰੀਮਾ ਇਜ਼ ਅ ਪ੍ਰੀਟੀ ਗਰਲ। ਦ ਕਲਾਸ ਇਜ਼ ਡੈਸ਼ ਲਾਊਡ ਟੁਡੇ। ਕਲਾਸ ਅੱਜ ਸ਼ੋਰ ਮਚਾ ਰਹੀ ਹੈ। ਹੁਣ ਇੱਥੇ ਬਹੁਤ ਜ਼ਿਆਦਾ ਦੀ ਗੱਲ, ਟੈਰੀਬਲ, ਟੈਰੀਬਲ ਬਹੁਤ ਜ਼ਿਆਦਾ। ਜਦੋਂ ਕਈ ਵਾਰੀ ਟੀਚਰ ਕਲਾਸ 'ਚ ਨਹੀਂ ਹੁੰਦਾ ਤਾਂ ਬੱਚੇ ਬਹੁਤ ਰੌਲਾ ਪਾਉਂਦੇ ਨੇ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਦ ਕਲਾਸ ਇਜ਼ ਡੈਸ਼ ਲਾਊਡ ਟੂਡੇ। ਤਾਂ ਹੁਣ ਅਸੀਂ ਟੈਰੀਬਲ ਲਾਣਾ ਹੈ, ਟੈਰੀਬਲ ਦੇ ਹਿਸਾਬ ਨਾਲ ਲਾਣਾ। ਹੁਣ ਟੈਰੀਬਲ ਦਾ ਮਤਲਬ ਬਹੁਤ ਜ਼ਿਆਦਾ, ਮਤਲਬ ਜਿਹੜਾ ਕਿ ਆਪਾਂ ਮਤਲਬ ਬਰਦਾਸ਼ਤ ਹੀ ਨਾ ਕਰ ਸਕੀਏ ਨਾ। ਲੇਕਿਨ ਇੱਥੇ ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਇੱਥੇ ਹੁਣ ਸਾਡੀ ਇੱਥੇ ਅਸੀਂ ਟੈਰੀਬਲ ਜਿਹੜਾ ਹੈ ਇਹ ਐਡਜੈਕਟਿਵ ਹੈ, ਲੇਕਿਨ ਸਾਨੂੰ ਇੱਥੇ ਐਡਵਰਬ ਦੇ ਹਿਸਾਬ ਨਾਲ ਲਾਣਾ ਪਏਗਾ। ਦਾ ਕਲਾਸ ਹੈ ਬੜੀ ਲਾਊਡ ਹੈ, ਠੀਕ ਹੈ, ਤਾਂ ਟੈਰੀਬਲੀ ਅਸੀਂ ਕੀ ਕਰਾਂਗੇ, ਈ ਕੱਟ ਕੇ ਵਾਈ ਲਾ ਦਾਂਗੇ, ਬਸ ਹੋਰ ਕੁਝ ਨਹੀਂ ਕਰਨਾ, ਕਿਉਂਕਿ ਟੈਰੀਬਲ ਐਡਜੈਕਟਿਵ ਹੈ, ਟੈਰੀਬਲੀ ਕੀ ਹੈ ਜੀ, ਉਸ ਦਾ ਐਡਵਰਬ ਹੈ। ਅੱਗੇ ਹੈ ਜੀ, ਯੂ ਕੈਨ ਪੁਸ਼ ਦਾ ਬਾਕਸ ਈਜ਼ੀ। ਤਾਂ ਈਜ਼ੀ ਦੇ ਹਿਸਾਬ ਨਾਲ ਲਾਣਾ। ਤਾਂ ਹੁਣ ਤੁਸੀਂ ਬਾਕਸ ਨੂੰ ਆਰਾਮ ਨਾਲ ਪੁਸ਼ ਕਰ ਸਕਦੇ ਹੋ, ਉਹਨੂੰ ਧੱਕਾ ਦੇ ਸਕਦੇ ਹੋ। ਹੁਣ ਧੱਕਾ ਦੇ ਸਕਦੇ ਆ ਆਰਾਮ ਨਾਲ। ਹੁਣ ਇੱਥੇ ਜਿਹੜੀ ਵਰਬ ਹੈ ਬੇਟਾ ਉਹ ਪੁਸ਼ ਹੈ, ਅਸੀਂ ਪੁਸ਼ ਨੂੰ ਮੋਡੀਫਾਈ ਕਰਨਾ ਹੈ। ਤਾਂ ਜਦੋਂ ਅਸੀਂ ਵਰਬ ਨੂੰ ਮੋਡੀਫਾਈ ਕਰਾਂਗੇ, ਵਰਬ ਦੇ ਹਿਸਾਬ ਨਾਲ ਅਸੀਂ ਉਸ ਦੀ ਵਿਸ਼ੇਸ਼ਤਾ ਦੱਸਾਂਗੇ, ਤਾਂ ਅਸੀਂ ਫਿਰ ਇੱਥੇ ਐਡਵਰਬ ਲਾਵਾਂਗੇ। ਈਜ਼ੀ ਐਡਜੈਕਟਿਵ ਹੈ, ਈਜ਼ੀ ਐਡਜੈਕਟਿਵ ਹੈ, ਵਿਸ਼ੇਸ਼ਣ ਹੈ, ਅਸੀਂ ਇਸ ਨੂੰ ਐਜ਼ ਇਟ ਇਜ਼ ਨਹੀਂ ਲਿਖ ਸਕਦੇ, ਅਸੀਂ ਇਸ ਦੀ ਐਡਵਰਬ ਫਾਰਮ ਯੂਜ਼ ਕਰਾਂਗੇ, ਈਜ਼ੀਲੀ। ਅਗਲਾ ਹੈ ਜੀ, ਦਾ ਗਰਲਸ ਡਿਲੇਮਾ ਕੁਡ ਨਾਟ ਬੀ ਸੋਲਵ ਵਿਦ ਡੈਸ਼ ਥਿੰਕਿੰਗ। ਡਿਲੇਮਾ ਜਦੋਂ ਕੋਈ ਆਪਾਂ ਪ੍ਰੋਬਲਮ 'ਚ ਪਏ ਹੋਈਏ, ਆਪਾਂ ਨੂੰ ਮਤਲਬ ਕਿ ਔਖੀ ਘੜੀ 'ਚ ਜਿਹਨੂੰ ਆਪਾਂ ਕਹਿੰਦੇ ਆ ਪਏ ਹੋਈਏ, ਠੀਕ ਹੈ ਨਾ, ਤਾਂ ਉਸ ਦਾ ਜਿਹੜਾ ਇਹ ਪ੍ਰੋਬਲਮ ਹੈ ਸੋਲਵ ਨਹੀਂ ਹੋ ਸਕਦੀ ਡੈਸ਼ ਥਿੰਕਿੰਗ ਦੇ ਨਾਲ। ਮਤਲਬ ਜਿਹੜੀ ਪ੍ਰੋਬਲਮ ਹੈ ਉਸਦੀ ਸੋਲਵ ਨਹੀਂ ਹੋ ਸਕਦੀ ਲੜਕੀ ਦੀ ਡੈਸ਼ ਥਿੰਕਿੰਗ ਨੂੰ। ਡੈਸ਼ ਦੀ ਥਾਂ ਤੇ ਟ੍ਰੈਡੀਸ਼ਨ ਦਿੱਤਾ ਹੋਇਆ ਤੁਹਾਨੂੰ। ਟ੍ਰੈਡੀਸ਼ਨ ਬੇਟਾ ਨਾਊਨ ਹੈ, ਇਟਸ ਨੋਟ ਐਨ, ਇਹ ਐਡਜੈਕਟਿਵ ਹੀ ਨਹੀਂ ਹੈ, ਇਹ ਨਾਊਨ ਹੈ। ਤਾਂ ਸਾਨੂੰ ਇਸ ਟ੍ਰੈਡੀਸ਼ਨ ਦੇ ਹਿਸਾਬ ਨਾਲ ਸਾਨੂੰ ਇੱਥੇ ਪਾਣਾ ਪਏਗਾ। ਤਾਂ ਇਹਦਾ ਇੱਥੇ ਸਾਨੂੰ ਥਿੰਕਿੰਗ ਨੂੰ ਮੋਡੀਫਾਈ ਕਰਨਾ ਹੈ ਨਾ, ਥਿੰਕਿੰਗ ਇਜ਼ ਅ ਨਾਊਨ ਹੇਅਰ, ਠੀਕ ਹੈ। ਤਾਂ ਨਾਊਨ ਦੇ ਹਿਸਾਬ ਨਾਲ ਫਿਰ ਇੱਥੇ ਅੱਗੇ ਪਿੱਛੇ ਤੁਹਾਨੂੰ ਪਤਾ ਨਾਊਨ ਦੇ ਅੱਗੇ ਪਿੱਛੇ ਤਾਂ ਵਿਸ਼ੇਸ਼ਣ ਹੀ ਆਉਂਦੇ ਆ। ਤਾਂ ਅਸੀਂ ਫਿਰ ਇੱਥੇ ਐਡਜੈਕਟਿਵ ਫਾਰਮ ਪਾਵਾਂਗੇ ਟ੍ਰੈਡੀਸ਼ਨ ਦੀ। ਤਾਂ ਐਡਜੈਕਟਿਵ ਫਾਰਮ ਕੀ ਹੈ ਜੀ ਉਸਦੀ, ਟ੍ਰੈਡੀਸ਼ਨਲ। ਸਿਰਫ ਆਪਾਂ ਨੇ ਪਿੱਛੇ ਉਹਦੇ AL ਲਾ ਦੇਣਾ ਹੈ, ਬਾਕੀ ਸਾਰਾ ਕੁਝ ਉਹੀ ਹੈ, ਟ੍ਰੈਡੀਸ਼ਨਲ। The girl's dilemma could not be solved with traditional thinking. Last है जी, the farmer's daughter threw away the pebble dash immediate. Now ਇੱਕਦਮ, immediate ਦਾ ਮਤਲਬ ਉਸੇ ਸਮੇਂ। ਤਾਂ ਇਹ ਜਿਹੜਾ ਸੈਂਟੈਂਸ ਹੈ ਇਹ ਉਹਦੇ ਚੋਂ ਹੀ ਚੱਕਿਆ ਗਿਆ ਹੈ, ਇਸੇ ਚੈਪਟਰ ਚੋਂ। ਤਾਂ ਲੜਕੀ, ਜਿਹੜਾ ਫਾਰਮਰ ਦੀ ਲੜਕੀ ਹੈ, ਕਿਸਾਨ ਦੀ ਲੜਕੀ ਨੇ ਜਿਹੜਾ ਉਹ ਪੱਥਰ ਸੀਗੇ ਉਹ ਇੱਕਦਮ ਸੁੱਟ ਦਿੱਤੇ, ਠੀਕ ਹੈ। ਇੱਥੇ ਹੁਣ ਸੁੱਟਣ ਦੀ ਗੱਲ ਆ ਰਹੀ ਹੈ ਬੇਟਾ, ਥਰੂ ਅਵੇ, ਸੁੱਟਤੇ, ਇੱਕਦਮ ਸੁੱਟਤੇ। ਤਾਂ ਇਹਦਾ ਮਤਲਬ ਇੱਥੇ ਜਿਹੜੀ ਸਾਡੀ ਵਰਬ ਨੂੰ ਅਸੀਂ ਮੋਡੀਫਾਈ ਕਰਨਾ ਪਏਗਾ ਸਾਨੂੰ, ਥਰੂ ਅਵੇ। ਮਸ ਡਾਟਰ ਥਰੂ ਅਵੇ ਦਾ ਪੈਬਲ ਇਮੀਡੀਏਟਲੀ। ਤਾਂ ਅਸੀਂ ਇੱਥੇ ਇਸ ਨੂੰ ਠੀਕ ਕਰਕੇ ਲਿਖਾਂਗੇ। ਤਾਂ ਸਿਰਫ ਆਪਾਂ ਨੇ ਕੀ ਪਾਣਾ ਹੈ,
ਅਸੀਂ ly ਪਿੱਛੇ ਪਾ ਦੇਣੀ ਹੈ, ਬਾਕੀ ਸਾਰਾ ਕੁਝ ਉਵੇਂ ਹੀ ਇਸ ਦਾ ਰਹਿ ਜਾਣਾ। ਤਾਂ ਉਮੀਦ ਹੈ ਕਿ ਬੱਚਿਓ ਤੁਹਾਨੂੰ ਐਕਸਰਸਾਈਜ਼ ਸਮਝ ਆ ਗਈ ਹੋਏਗੀ। ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ। ਇਸ ਨੂੰ ਆਪਣੀਆਂ ਫੇਅਰ ਨੋਟਬੁੱਕਸ ਤੇ ਚੰਗੀ ਤਰ੍ਹਾਂ ਅੱਛੀ ਹੈਂਡਰਾਈਟਿੰਗ 'ਚ ਕਰ ਲੈਣਾ ਤੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜ ਦੇਣੀ। ਹਾਂਜੀ ਬੱਚਿਓ, ਹੁਣ ਅਸੀਂ ਆਪਣੀ ਅੱਜ ਦੀ ਲਾਸਟ ਐਕਸਰਸਾਈਜ਼ ਜੋ ਤੁਹਾਡੀ ਗ੍ਰਾਮਰ ਪਾਰਟ ਦੀ ਸੈਕਿੰਡ ਐਕਸਰਸਾਈਜ਼ ਹੈ, ਉਹਨੂੰ ਅਸੀਂ ਅੱਜ ਕਰਾਂਗੇ। ਇਹ ਡਿਟਰਮੀਨਰਸ ਦੇ ਨਾਲ ਰਿਲੇਟਡ ਹੈ ਬੇਟਾ। ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਸਮਝਾਇਆ ਕਿ ਡਿਟਰਮੀਨਰਸ ਉਹ ਸ਼ਬਦ ਹੁੰਦੇ ਨੇ ਜਿਹੜੇ ਨਾਊਨ ਜਾਂ ਪ੍ਰਨਾਊਨ ਦੇ ਅੱਗੇ ਆ ਕੇ ਉਸ ਨੂੰ ਡਾਇਰੈਕਟ ਕਰਦੇ ਨੇ ਜਾਂ ਉਸ ਦੇ ਬਾਰੇ ਇਸ਼ਾਰਾ ਕਰਕੇ ਦੱਸਦੇ ਨੇ ਕਿ ਅਸੀਂ ਇਸੇ ਨਾਊਨ ਜਾਂ ਪ੍ਰਨਾਊਨ ਦੀ ਗੱਲ ਕਰਦੇ ਹਾਂ, ਕਿਸੇ ਹੋਰ ਦੀ ਗੱਲ ਨਹੀਂ ਕਰਦੇ। ਤਾਂ ਉਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਜਿਹੜੇ 10 ਸੈਂਟੈਂਸਿਸ ਨੇ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਬੜੇ ਈਜ਼ੀ ਨੇ। ਚਲੋ ਦੋ ਸਾਨੂੰ ਉਹਦੇ ਆਂਸਰਸ ਦਿੱਤੇ ਹੋਏ ਆ, ਦੋਨੇ ਹੀ ਡਿਟਰਮੀਨਰਸ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਸਹੀ ਇੱਕ ਗਲਤ ਹੈ। ਸਭ ਤੋਂ ਪਹਿਲਾਂ ਆਈ ਹੈਵ ਡੈਸ਼ ਫਰੈਂਡਸ ਇਨ ਦਾ ਸਿਟੀ। ਸਾਨੂੰ ਮੈਨੀ ਔਰ ਮਚ ਦੇ ਵਿੱਚ ਸਾਨੇ ਭਰਨਾ ਹੈ। ਤਾਂ ਮੈਂ ਤੁਹਾਨੂੰ ਅੱਗੇ ਵੀ ਬੇਟਾ ਕਈ ਵਾਰੀ ਦੱਸਿਆ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਕਾਊਂਟ ਕਰ ਸਕੀਏ, ਮੰਨ ਲਓ ਸਪੋਜ਼ ਕਰੋ ਹੁਣ ਜਿਵੇਂ ਬੁੱਕਸ ਹੋਣ ਤਾਂ ਅਸੀਂ ਕਹਿ ਸਕਦੇ ਨਾ ਕਿ ਇੱਕ ਬੁੱਕ ਜਾਂ ਦੋ ਬੁੱਕਸ ਜਾਂ 3 ਬੁੱਕਸ, ਐਵੇਂ ਅਸੀਂ ਇਹਨੂੰ ਕਾਊਂਟ ਕਰ ਸਕਦੇ ਹਾਂ। ਤਾਂ ਜਿਹੜੀ ਕਾਊਂਟ ਕਰਨ ਵਾਲੀਆਂ ਚੀਜ਼ਾਂ ਦੇ ਅੱਗੇ ਅਸੀਂ ਹਮੇਸ਼ਾ ਮੈਨੀ ਲਾਉਂਦੇ ਹਾਂ। ਤਾਂ ਇਸੇ ਤਰ੍ਹਾਂ ਜਿਹੜਾ ਫਰੈਂਡਸ ਹੈ, ਫਰੈਂਡਸ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ ਕਿ ਮੇਰੇ 2 ਦੋਸਤ ਹੈ, 3 ਦੋਸਤ ਹੈ ਜਾਂ 4 ਦੋਸਤ ਹੈ, ਤਾਂ ਅਸੀਂ ਇੱਥੇ ਮੈਨੀ ਲਗਾਵਾਂਗੇ। ਆਈ ਹੈਵ ਮੈਨੀ ਫਰੈਂਡਸ। ਜਿਹੜਾ ਮਚ ਹੈ ਨਾ, ਇਹ ਮਚ ਉਦੋਂ ਯੂਜ਼ ਹੁੰਦਾ ਜਦੋਂ ਅਸੀਂ ਕਿਸੇ ਨੂੰ ਕਾਊਂਟ ਨਹੀਂ ਕਰ ਸਕਦੇ ਲੇਕਿਨ ਅਸੀਂ ਉਸ ਦੀ ਮਿਣਤੀ ਕਰ ਸਕਦੇ ਹਾਂ। ਜਿਵੇਂ ਵਾਟਰ ਹੈ ਜਾਂ ਮਿਲਕ ਹੈ, ਅਸੀਂ ਇਸ ਦੀ ਮਿਣਤੀ ਕਰ ਸਕਦੇ ਹਾਂ, ਤਾਂ ਅਸੀਂ ਉੱਥੇ ਮਚ ਯੂਜ਼ ਕਰ ਸਕਦੇ ਹਾਂ। ਸੈਕਿੰਡ, ਡੈਸ਼ ਅੰਬਰੇਲਾ ਇਜ਼ ਡੈਸ਼ ਯੂਜ਼ਫੁਲ ਥਿੰਗ। ਤਾਂ ਤੁਹਾਨੂੰ ਪਤਾ ਬੇਟਾ ਜਦੋਂ ਵੀ ਸਾਡੀ ਕੋਈ ਵਾਉਲ ਦੀ ਸਾਊਂਡ ਆਉਂਦੀ ਹੈ ਤਾਂ ਅਸੀਂ ਉਸ ਦੇ ਅੱਗੇ ਹਮੇਸ਼ਾ ਐਨ ਯੂਜ਼ ਕਰਦੇ ਹਾਂ। ਵਿਅੰਜਨ ਦੀ ਸਾਊਂਡ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਐਨ ਅੰਬਰੇਲਾ, ਵਾਉਲ ਦੀ ਸਾਊਂਡ ਹੈ ਤਾਂ ਅਸੀਂ ਐਨ ਯੂਜ਼ ਕਰਾਂਗੇ। ਲੇਕਿਨ ਇੱਥੇ ਯੂਜ਼ਫੁਲ ਹੈ, ਯੂਜ਼ ਵਾਉਲ ਨਹੀਂ ਹੈ, ਇਹ ਕੌਨਸੋਨੈਂਟ ਹੈ। ਮਤਲਬ ਸੌਰੀ, ਅੰਬਰੇਲਾ ਜਿਹੜਾ ਹੈ ਇਹ ਸਵਰ ਹੈ ਤੇ ਯੂਜ਼ਫੁਲ ਜਿਹੜਾ ਹੈ ਵਿਅੰਜਨ ਹੈ। ਤਾਂ ਅਸੀਂ ਯੂਜ਼ਫੁਲ ਦੇ ਅੱਗੇ ਅਸੀਂ ਏ ਯੂਜ਼ ਕਰਾਂਗੇ। ਐਨ ਅੰਬਰੇਲਾ ਇਜ਼ ਅ ਯੂਜ਼ਫੁਲ ਥਿੰਗ। ਇੱਕ ਵਾਰੀ ਫਿਰ ਦੱਸ ਦਿੰਦਾ ਕਿ ਜਦੋਂ ਵੀ ਕੋਈ ਸਵਰ ਹੁੰਦਾ ਹੈ, ਸਵਰ ਦੇ ਅੱਗੇ ਅਸੀਂ ਹਮੇਸ਼ਾ ਐਨ ਯੂਜ਼ ਕਰਦੇ ਹਾਂ। ਕੋਈ ਵਾਉਲ ਦੀ ਸਾਊਂਡ ਆਉਂਦੀ ਹੈ ਉਹਦੇ ਅੱਗੇ ਅਸੀਂ ਐਨ ਯੂਜ਼ ਕਰਦੇ ਹਾਂ, ਲੇਕਿਨ ਜਦੋਂ ਕੌਨਸੋਨੈਂਟ ਦੀ ਸਾਊਂਡ ਆ ਜਾਂਦੀ ਹੈ ਤਾਂ ਅਸੀਂ ਉਹਦੇ ਅੱਗੇ ਏ ਯੂਜ਼ ਕਰਦੇ ਹਾਂ। ਡੈਸ਼ ਅ ਮੈਨ ਹੈਜ਼ ਡਾਈਡ ਆਫ ਕੋਲਰਾ। ਤਾਂ ਕੋਲਰਾ ਇੱਕ ਡਿਸੀਜ਼ ਦਾ ਨਾਮ ਹੈ, ਤਾਂ ਹਮੇਸ਼ਾ ਮੈਨੀਆ ਹੁੰਦਾ ਹੈ, ਮਚਾ ਕਦੇ ਨਹੀਂ ਹੁੰਦਾ। ਜਦੋਂ ਵੀ ਤੁਹਾਡੇ ਪਿੱਛੇ ਇਹ ਪਿਆ ਹੋਵੇ ਤੇ ਤੁਹਾਨੂੰ ਲੱਗ ਜਾਵੇ, ਤੁਹਾਨੂੰ ਇਸ ਤਰ੍ਹਾਂ ਮੈਨੀ ਜਾਂ ਮਚ ਦੇ ਵਿੱਚੋਂ ਪਾਣਾ ਕੋਈ ਵਰਡ ਪੈ ਜੇ ਤਾਂ ਤੁਸੀਂ ਮੈਨੀ ਹੀ ਪਾਣਾ, ਮਚ ਆ ਕਦੇ ਨਹੀਂ ਹੁੰਦਾ। ਮੈਨੀਆ ਮੈਨ, ਮੈਨੀਆ, ਠੀਕ ਹੈ। ਤਾਂ ਕਾਫੀ ਸਾਰੇ, ਮੈਨੀਆ ਮੈਨ ਦਾ ਮਤਲਬ ਕਾਫੀ ਸਾਰੇ ਆਦਮੀ ਇਸ ਬਿਮਾਰੀ ਤੋਂ ਮਰ ਗਏ। ਡੈਸ਼ ਚਿਲਡਰਨ ਗੋ ਟੂ ਸਕੂਲ ਐਵਰੀਡੇ। ਹੁਣ ਤੁਸੀਂ ਦੇਖੋ ਚਿਲਡਰਨ ਜ਼ਿਆਦਾ ਬੱਚਿਆਂ ਦੀ ਗੱਲ ਹੋ ਰਹੀ ਹੈ, ਤਾਂ ਜਦੋਂ ਜ਼ਿਆਦਾ ਬੱਚੇ ਆਣਗੇ ਤਾਂ ਅਸੀਂ ਉੱਥੇ these ਪਾਵਾਂਗੇ, ਪਲੂਰਲ ਫਾਰਮ ਪਾਵਾਂਗੇ। these children go to school every day। this ਤਾਂ ਪਾਇਆ ਹੁੰਦਾ ਜੇ ਇੱਥੇ ਚਾਈਲਡ ਹੁੰਦਾ, this child ਫਿਰ ਆਪਾਂ ਪਾ ਸਕਦੇ ਸੀ, ਲੇਕਿਨ children ਹੈ ਤਾਂ these ਪਾਵਾਂਗੇ। ਫਿਫਥ, did you see dash elephants in the forest। ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਬੇਟਾ ਜਦੋਂ ਵੀ ਇੰਟਰੋਗੇਟਿਵ ਕੋਈ ਆ ਜਾਵੇ, ਪ੍ਰਸ਼ਨਵਾਚਕ ਕੋਈ ਚੀਜ਼ ਆ ਜਾਵੇ ਤਾਂ ਉਹਦੇ ਵਿੱਚ ਸਾਨੂੰ ਐਨੀ ਔਰ ਸਮ ਪਾਉਣ ਨੂੰ ਕਿਹਾ ਜਾਵੇ ਤਾਂ ਤੁਸੀਂ ਉੱਥੇ ਐਨੀ ਯੂਜ਼ ਕਰਨਾ ਹੈ। ਡਿਡ ਯੂ ਸੀ ਐਨੀ ਐਲੀਫੈਂਟਸ ਇਨ ਦਾ ਫੋਰੈਸਟ, ਠੀਕ ਹੈ ਜੀ। ਤਾਂ ਐਨੀ ਔਰ ਸਮ ਦੋਨੋਂ ਦਾ ਮਤਲਬ ਕੁਝ ਹੁੰਦਾ ਹੈ, ਲੇਕਿਨ ਇੰਟਰੋਗੇਟਿਵ ਦੇ ਵਿੱਚ ਜਾਂ ਨੈਗੇਟਿਵ ਦੇ ਵਿੱਚ ਅਸੀਂ ਜ਼ਿਆਦਾਤਰ ਐਨੀ ਹੀ ਯੂਜ਼ ਕਰਦੇ ਹਾਂ। ਸਿਕਸਥ, ਸ਼ੀ ਇਜ਼ ਪ੍ਰਾਊਡ ਆਫ ਡੈਸ਼ ਬਿਊਟੀ, ਹਿਜ਼ ਔਰ ਹਰ। ਸਿੰਪਲ ਹੈ, ਸ਼ੀ ਦੀ ਗੱਲ ਹੋ ਰਹੀ ਹੈ, ਇੱਕ ਲੜਕੀ ਹੈ ਤਾਂ ਅਸੀਂ ਉਸਦੇ ਲਈ ਹਰ ਯੂਜ਼ ਕਰਾਂਗੇ। ਹਿਜ਼ ਤਾਂ ਯੂਜ਼ ਕਰਦੇ ਜੇ ਇੱਥੇ ਹੀ ਲੱਗਿਆ ਹੁੰਦਾ, ਠੀਕ ਹੈ। ਤਾਂ ਇੱਥੇ ਹੀ ਨਹੀਂ ਹੈ ਤਾਂ ਬਿਊਟੀ ਦੀ ਗੱਲ ਹੋ ਰਹੀ ਹੈ, ਲੜਕੀ ਦੀ ਗੱਲ ਹੋ ਰਹੀ ਹੈ ਤਾਂ ਹਰ। 7 ਡੈਸ਼ ਪਲਾਂਟ ਇਜ਼ ਡਾਈਂਗ। ਹੁਣ ਪਲਾਂਟ ਇੱਕ ਚੀਜ਼ ਹੈ, ਪਲਾਂਟਸ ਨਹੀਂ ਹੈਗਾ, ਤਾਂ ਇੱਕ ਚੀਜ਼ ਦੇ ਲਈ ਅਸੀਂ ਦੈਟ ਹੀ ਯੂਜ਼ ਕਰਾਂਗੇ। ਉਹ ਪੌਦਾ ਸੁੱਕ ਰਿਹਾ ਹੈ ਜਾਂ ਮਰ ਰਿਹਾ ਹੈ। ਦੈਟ ਪਲਾਂਟ ਇਜ਼ ਡਾਈਂਗ। 8 ਡੈਸ਼ ਦਾ ਗਰਲਜ਼ ਆਰ ਪ੍ਰੈਜ਼ੈਂਟ ਟੂਡੇ। all the girls, ਕਲੀਅਰ ਹੈ, ਸਮ ਦੇ ਨਾਲ ਦਾ ਕਦੇ ਨਹੀਂ ਲੱਗਦਾ ਬੇਟਾ। all the girls, ਜੇ ਆਪਾਂ ਦਾ ਦੇਖੋ ਦਾ ਤੋਂ ਕਲੀਅਰ ਹੋ ਜਾਂਦਾ ਹੈ all the girls, some the girls ਨਹੀਂ ਹੁੰਦਾ, some of ਦਾ ਹੋ ਸਕਦਾ ਹੈ ਲੇਕਿਨ all ਦਾ ਹੁੰਦਾ ਹੈ, ਤਾਂ ਦਾ ਦੇ ਕਰ all ਹੀ ਆਏਗਾ, ਕੋਈ ਹੋਰ ਵਰਡ ਨਹੀਂ ਆਏਗਾ ਇਹਨਾਂ ਦੋਨਾਂ ਚੋਂ। 9 she did not send me any reply। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਬੇਟਾ ਇੰਟਰੋਗੇਟਿਵ ਆਹ ਵਾਲਾ ਦੇਖੋ ਵਰਡ ਹੋਇਆ ਤੇ ਆਹ ਜਿਹੜਾ ਸਾਡਾ ਸੈਂਟੈਂਸ ਹੈ ਇਹ ਨੈਗੇਟਿਵ ਸੈਂਟੈਂਸ ਹੈ, ਦੋਨਾਂ ਦੇ ਵਿੱਚ ਐਨੀ ਯੂਜ਼ ਹੋਏਗਾ। ਉਸਨੇ ਮੈਨੂੰ ਕੋਈ ਰਿਪਲਾਈ ਨਹੀਂ ਭੇਜੀ। 10th ਡੈਸ਼ ਮੈਨ ਇਜ਼ ਐਕਸਪੈਕਟਿਡ ਟੂ ਡੂ ਇਜ਼ ਬੈਸਟ। ਐਵਰੀ ਮੈਨ, ਹਰ ਇੱਕ ਬੰਦੇ ਦੀ ਗੱਲ ਹੋ ਰਹੀ ਹੈ। ਐਵਰੀ ਮੈਨ ਇਜ਼ ਐਕਸਪੈਕਟਿਡ ਟੂ ਡੂ ਹਿਜ਼ ਬੈਸਟ। ਹਰ ਇੱਕ ਬੰਦਾ ਜਿਹੜਾ ਹੈ ਆਪਣੀ
ਵਧੀਆ ਕੋਸ਼ਿਸ਼ ਕਰਦਾ ਹੈ। ਉਮੀਦ ਹੈ ਬੱਚਿਓ ਤੁਹਾਨੂੰ ਐਕਸਰਸਾਈਜ਼ ਸਮਝ ਆ ਗਈ ਹੋਏਗੀ। ਕੋਈ ਪ੍ਰੋਬਲਮ ਹੈ ਤੁਸੀਂ ਮੇਰੇ ਨਾਲ WhatsApp 'ਤੇ ਕੰਟੈਕਟ ਕਰ ਸਕਦੇ ਹੋ। ਇਸ ਐਕਸਰਸਾਈਜ਼ ਨੂੰ ਤੁਸੀਂ ਪੂਰੀ ਤਰ੍ਹਾਂ ਆਪਣੀ ਵਧੀਆ ਤਰੀਕੇ ਨਾਲ ਸੁੰਦਰ ਹੈਂਡਰਾਈਟਿੰਗ ਦੇ ਵਿੱਚ ਫੇਅਰ ਨੋਟਬੁੱਕਸ 'ਤੇ ਉਤਾਰ ਲੈਣਾ ਹੈ ਅਤੇ ਉਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜਣੀਆਂ ਹਨ।